ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੈ। ਲੀਲਾ ਚਲਤ ਵਖਾਣ ਦਾ, ਅੰਤਰਜਾਮੀ ਠਾਕੁਰ ਭਾਵੈ। ਅੱਖਰ ਇਕ ਨ ਆਵੜੈ, ਪੁਸਤਕ ਬੰਨ ਸੰਧਿਆ ਕਰ ਆਵੈ। ਗੁਣ ਨਿਧਾਨ ਘਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਅੱਖਰ ਪੜ੍ਹ ਪ੍ਰਤੀਤ ਕਰ, ਹੋਏ ਵਿਸਮਾਦ ਨ ਅੰਗ ਸਮਾਵੈ। ਵੇਖੈ ਜਾਏ ਉਜਾੜ ਵਿੱਚ, ਬਿਰਖ ਇੱਕ ਆਚਰਜ ਸੁਹਾਵੈ। ਗੀਤ ਗੋਵਿੰਦ ਸੰਪੂਰਣੋ, ਪਤ ਪਤ ਲਿਖਿਆ ਅੰਤ ਨ ਪਾਵੈ। ਭਗਤ ਹੇਤ ਪਰਗਾਸ ਕਰ, ਹੋਏ ਦਇਆਲ ਮਿਲੈ ਗਲ ਲਾਵੈ। ਸੰਤ ਅਨੰਤ ਨ ਭੇਦ ਗਣਾਵੈ, ਸੰਤ ਅਨੰਤ ਨ ਭੇਦ ਗਣਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੇ ਵਿੱਚੋਂ ਆਪ ਜੀ ਨੇ 10ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਹੁਣ ਭਾਈ ਗੁਰਦਾਸ ਸਾਹਿਬ ਜੀ ਕਲਯੁਗ ਦੇ ਭਗਤਾਂ ਦੀ ਕਥਾ ਸਾਨੂੰ ਦੱਸ ਰਹੇ ਹੈ। ਭਾਈ ਸਾਹਿਬ ਨੂੰ ਪੁੱਛਿਆ ਗਿਆ, ਭਾਈ ਗੁਰਦਾਸ ਸਾਹਿਬ ਜੀ, ਜਿਵੇਂ ਤੁਸੀਂ ਪਹਿਲਾਂ ਯੁੱਗਾਂ ਵਿੱਚ ਹੋਏ ਭਗਤਾਂ ਦੀ ਕਥਾ ਦੱਸੀ ਹੈ, ਇਸੇ ਤਰ੍ਹਾਂ ਕਿਰਪਾ ਕਰੋ ਹੁਣ ਦੇ ਸਮੇਂ ਵਿੱਚ, ਕਲਯੁਗ ਦੇ ਸਮੇਂ ਵਿੱਚ ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਹੈ, ਉਹਨਾਂ ਦੀ ਕਥਾ ਸਾਨੂੰ ਸੁਣਾਓ। ਭਾਈ ਗੁਰਦਾਸ ਸਾਹਿਬ ਨੇ ਜਵਾਬ ਦਿੱਤਾ, ਸਾਰੇ ਭਗਤ ਉਹ ਤਾਂ ਮੇਰੀ ਸਿਮਰਤੀ ਵਿੱਚ, ਮੇਰੇ ਚੇਤੇ ਵਿੱਚ ਨਹੀਂ ਹਨ, ਪਰ ਜਿੰਨੇ ਕੁ ਮੇਰੀ ਸਿਮਰਤੀ ਵਿੱਚ ਹਨ ਉਹਨਾਂ ਦਾ ਮੈਂ ਸੰਖੇਪ ਵਿੱਚ ਜ਼ਿਕਰ ਕਰਕੇ ਤੁਹਾਨੂੰ ਦੱਸਦਾ ਹਾਂ। ਸੋ ਸਭ ਤੋਂ ਪਹਿਲੋਂ ਭਗਤ ਜੈਦੇਵ ਦੀ ਕਥਾ ਸੁਣੋ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਭਗਤ ਜੈਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਗਤ ਜੈਦੇਵ ਜੀ ਦੇ 2 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ।
ਇੱਕ ਉਹਨਾਂ ਦਾ ਸ਼ਬਦ ਗੋਜਰੀ ਰਾਗ ਦੇ ਵਿੱਚ ਹੈ ਅਤੇ ਇੱਕ ਮਾਰੂ ਰਾਗ ਦੇ ਵਿੱਚ ਹੈ। ਖਾਸ ਕਰਕੇ ਜਿਹੜਾ ਸ਼ਬਦ ਭਗਤ ਜੈਦੇਵ ਜੀ ਦਾ ਗੋਜਰੀ ਰਾਗ ਦੇ ਵਿੱਚ ਹੈ, ਜਦੋਂ ਜਥੇ ਵਿੱਚ ਉਸਤਾਦ ਲੋਕ ਸਾਨੂੰ ਸੰਥਿਆ ਕਰਾਉਂਦੇ ਹੈ ਤਾਂ ਭਗਤ ਜੈਦੇਵ ਜੀ ਦਾ ਗੋਜਰੀ ਰਾਗ ਦਾ ਸ਼ਬਦ ਉਹਨੂੰ ਪਦਾ ਕਹਿੰਦੇ ਹੈ, ਉਹ ਕੰਠ ਕਰਵਾਉਂਦੇ ਹੈ। ਆਮ ਬਹੁਤੇ ਲੋਕ ਜਿਹੜੇ ਹੈ ਉਹਨਾਂ ਨੂੰ ਉਹ ਸ਼ਬਦ ਦਾ ਉਚਾਰਨ ਸਹੀ ਤਰੀਕੇ ਦੇ ਨਾਲ ਨਹੀਂ ਆਉਂਦਾ, ਬਹੁਤ ਗਲਤ ਕਰ ਜਾਂਦੇ ਹੈ। ਭਗਤ ਜੈਦੇਵ ਜੀ ਇਹ ਬੰਗਾਲ ਦੇ ਰਹਿਣ ਵਾਲੇ ਸਨ। ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਸਦਾ ਲੀਨ ਰਹਿੰਦੇ ਸੀ। ਗੋਜਰੀ ਰਾਗ ਦੇ ਵਿੱਚ ਆਪ ਦਾ ਜੋ ਸ਼ਬਦ ਹੈ, ਗੋਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤੰ, ਪਰਮਦ ਪੁਤੰ ਪਰਕਿਰਤ ਪਰੰ ਜਦ ਚਿੰਤ ਸਰਬ ਗਤੰ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ, ਨਾ ਦਨੋਤ ਜਸ ਸਮਰਣੇਨ ਜਨਮ ਜਰਾਦ ਮਰਨ ਭਯੰ, ਇੱਛਸ ਜਮਾਦ ਪਰਾ ਭਯੰ ਜਸ ਸਵਸਤ ਸੋਕ੍ਰਿਤ ਕ੍ਰਿਤੰ, ਭਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ, ਲੋਭਾਦ ਦ੍ਰਿਸ਼ਟ ਪਰ ਗ੍ਰਹੰ ਜਦ ਵਿਦ ਆਚਰਣੰ, ਤਜ ਸਕਲ ਦੁਹਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ, ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ, ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ, ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿਧ ਪਦੰ, ਜੈਦੇਵ ਆਇਓ ਤਸ ਸਫਟੰ ਭਵ ਭੂਤ ਸਰਬ ਗਤੰ। ਇਹ ਗੋਜਰੀ ਰਾਗ ਦਾ ਸ਼ਬਦ ਹੈ ਭਗਤ ਜੈਦੇਵ ਜੀ ਦਾ। ਖਾਸ ਕਰਕੇ ਮੈਂ ਵੀ ਜਦੋਂ ਵਿਦਿਆਰਥੀਆਂ ਨੂੰ ਸੰਥਿਆ ਕਰਵਾਉਂਦਾ ਹਾਂ ਤਾਂ ਇਹ ਸ਼ਬਦ ਇਹ ਪਦਾ ਉਹਨਾਂ ਨੂੰ ਕੰਠ ਕਰਵਾਇਆ ਜਾਂਦਾ ਹੈ ਵੀ ਇਹਨੂੰ ਮੂੰਹ ਜ਼ਬਾਨੀ ਚੇਤੇ ਕਰੋ। ਅਰਥ ਵੀ ਬੜੇ ਭਾਵਪੂਰਤ ਨੇ, ਸਮਾਂ ਨਹੀਂ ਆਪਾਂ ਉਹਨਾਂ ਅਰਥਾਂ ਨੂੰ ਸਾਰਿਆਂ ਨੂੰ ਵਾਚ ਸਕੀਏ। ਇੱਕ ਸ਼ਬਦ ਮਾਰੂ ਰਾਗ ਦੇ ਵਿੱਚ ਹੈ, ਜਿਹੜਾ ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਚੰਦ ਸਤ ਭੇਦਿਆ ਨਾਦ ਸਤ ਪੂਰਿਆ, ਸੂਰ ਸਤ ਖੋੜ ਸਾ ਦਤ ਕੀਆ। ਇਹ ਜੋ ਸ਼ਬਦ ਹੈ ਇਹ ਭਗਤ ਜੈਦੇਵ ਜੀ ਦਾ ਹੈ। ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਸ਼ਬਦ ਹਨ ਭਗਤ ਜੈਦੇਵ ਜੀ ਦੇ। ਸੋ ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸੀ ਭਗਤ ਜੈਦੇਵ ਜੀ। ਆਓ ਭਾਈ ਗੁਰਦਾਸ ਸਾਹਿਬ ਜੀ ਭਗਤ ਜੈਦੇਵ ਜੀ ਦੀ ਕਥਾ ਲਿਖ ਰਹੇ ਹੈ। ਪ੍ਰੇਮ ਭਗਤ ਜੈਦੇਓ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਭਗਤ ਜੈਦੇਵ ਜੀ ਪ੍ਰੇਮਾ ਭਗਤੀ ਕਰਦੇ ਹੈ ਅਤੇ ਸਹਿਜ ਧੁਨੀ ਵਿੱਚ ਪ੍ਰੇਮ ਸਹਿਤ ਰਸ ਦੇ ਸਹਿਤ ਟਿਕ ਕੇ ਗੋਬਿੰਦ ਦੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਸੀ। ਪ੍ਰੇਮਾ ਭਗਤੀ ਕਰਦੇ ਹੈ, ਗੋਬਿੰਦ ਦੇ ਗੁਣ ਸਹਿਜ ਧੁਨੀ ਬਿਲਕੁਲ ਸਹਿਜ ਵਿੱਚ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਸੀ। ਲੀਲਾ ਚਲਤ ਵਖਾਣ ਦਾ, ਅੰਤਰਜਾਮੀ ਠਾਕੁਰ ਭਾਵੈ। ਭਗਤ ਜੈਦੇਵ ਜੀ ਪਰਮਾਤਮਾ ਦੇ ਗੁਣ ਲੀਲਾ ਚਲਤ ਵਖਾਣ ਦਾ, ਪਰਮੇਸ਼ਰ ਦੀ ਲੀਲਾ, ਉਹਦੀ ਵਡਿਆਈ, ਉਹਦੇ ਕੌਤਕਾਂ ਨੂੰ ਕਥਨ ਕਰਦੇ ਸਨ। ਇਸੇ ਕਰਕੇ ਅੰਤਰਜਾਮੀ ਠਾਕੁਰ ਭਾਵੈ, ਅੰਦਰ ਦੀਆਂ ਜਾਣਨ ਵਾਲੇ
ਵਾਹਿਗੁਰੂ ਪਰਮੇਸ਼ਰ ਜੀ ਨੂੰ ਬਹੁਤ ਭਾਉਂਦੇ ਸੀ, ਪਿਆਰੇ ਲੱਗਦੇ ਸੀ। ਪਰਮਾਤਮਾ ਨੂੰ ਆਪਣਾ ਭਗਤ ਬਹੁਤ ਪਿਆਰਾ ਲੱਗਦਾ ਹੈ। ਜਿਵੇਂ ਮਾਂ ਨੂੰ ਪੁੱਤ ਪਿਆਰਾ ਹੈ, ਇਸੇ ਤਰ੍ਹਾਂ ਪਰਮਾਤਮਾ ਨੂੰ ਭਗਤ ਪਿਆਰੇ ਹਨ। ਅੱਖਰ ਇੱਕ ਨ ਆਵੜੈ, ਪੁਸਤਕ ਬੰਨ ਸੰਧਿਆ ਕਰ ਆਵੈ। ਇੱਕ ਵਾਰ ਕੀ ਹੋਇਆ, ਭਗਤ ਜੈਦੇਵ ਜੀ ਲਿਖ ਰਹੇ ਸੀ। ਭਗਤ ਜੈਦੇਵ ਜੀ ਦੀ ਬਹੁਤ ਸਾਰੀ ਰਚਨਾ ਅਸੀਂ ਪੜ੍ਹਦੇ ਹਾਂ। ਜਿਵੇਂ ਬਾਣੀ ਵਿੱਚ 2 ਸ਼ਬਦ ਨੇ ਭਗਤ ਜੈਦੇਵ ਜੀ ਦੇ, ਇਸ ਤਰ੍ਹਾਂ ਉਹਨਾਂ ਦਾ ਲਿਖਿਆ ਹੋਇਆ ਇੱਕ ਗ੍ਰੰਥ ਵੀ ਹੈ, ਗੀਤ ਗੋਵਿੰਦ। ਇਹ ਉਹਨਾਂ ਦੀ ਲਿਖੀ ਹੋਈ ਪੁਸਤਕ ਹੈ, ਜਿਹਦੇ ਵਿੱਚ ਭਗਤੀ ਦੇ ਗੀਤ ਲਿਖੇ ਹੋਏ ਹੈ, ਪ੍ਰੇਮ ਸਹਿਤ ਲਿਖੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਅੱਖਰ ਇੱਕ ਨਾ ਆਵੜੈ। ਇੱਕ ਦਿਨ ਨਾ ਬੈਠੇ ਭਗਤ ਜੈਦੇਵ ਜੀ ਲਿਖ ਰਹੇ ਸੀ, ਪਰ ਉਹਨਾਂ ਨੂੰ ਇੱਕ ਵੀ ਅੱਖਰ ਔੜਦਾ ਨਹੀਂ ਸੀ। ਇੱਕ ਵੀ ਅੱਖਰ, ਇੱਕ ਵੀ ਸ਼ਬਦ ਅੱਗੇ ਉਹਨਾਂ ਦੇ ਅਨੁਭਵ ਵਿੱਚ ਨਹੀਂ ਸੀ ਆਉਂਦਾ ਵੀ ਮੈਂ ਹੁਣ ਕੀ ਲਿਖਾਂ, ਇਹਦੇ ਤੋਂ ਅੱਗੇ ਕਿਹੜਾ ਸ਼ਬਦ ਲਿਖਾਂ, ਕਿਹੜਾ ਪ੍ਰਭੂ ਭਗਤੀ ਦਾ ਮੈਂ ਗੀਤ ਲਿਖਾਂ। ਇੱਕ ਵੀ ਅੱਖਰ ਅਨੁਭਵ ਵਿੱਚ ਨਹੀਂ ਸੀ ਆ ਰਿਹਾ। ਬਹੁਤ ਲੰਮਾ ਸਮਾਂ ਬੈਠੇ ਰਹੇ। ਪੁਸਤਕ ਬੰਨ ਸੰਧਿਆ ਕਰ ਆਵੈ। ਅਖੀਰ ਭਗਤ ਜੈਦੇਵ ਨੇ ਕੀ ਕੀਤਾ, ਜਿਹੜੀ ਪੁਸਤਕ ਸੀ ਨਾ ਜਿਹਦੇ ਵਿੱਚ ਲਿਖ ਰਹੇ ਸੀ, ਉਹਨੂੰ ਸੰਤੋਖ ਦਿੱਤਾ, ਮਤਲਬ ਬੰਦ ਕਰ ਦਿੱਤਾ। ਅਤੇ ਉਹ ਪੁਸਤਕ ਨੂੰ ਇੱਕ ਥਾਂ 'ਤੇ ਰੱਖ ਕੇ ਸੰਧਿਆ ਕਰਨ ਚਲੇ ਗਏ, ਪਾਠ ਪੂਜਾ ਕਰਨ ਚਲੇ ਗਏ ਮੰਦਰ ਦੇ ਵਿੱਚ, ਕਿ ਚੱਲ ਹੁਣ ਜੇ ਅਨੁਭਵ ਵਿੱਚ ਕੋਈ ਅੱਖਰ, ਕੋਈ ਸ਼ਬਦ ਨਹੀਂ ਆਉਂਦਾ ਤਾਂ ਮੈਂ ਆ ਕਰਕੇ ਇਹ ਸ਼ਬਦ ਫਿਰ ਲਿਖ ਲਵਾਂਗਾ। ਗੁਣ ਨਿਧਾਨ ਘਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਜਦੋਂ ਭਗਤ ਜੀ ਪੂਜਾ ਕਰਨ ਚਲੇ ਗਏ ਤਾਂ ਹੋਇਆ ਕਿ ਪਰਮਾਤਮਾ ਨੇ ਭਗਤ ਜੀ ਦਾ ਰੂਪ ਧਾਰ ਕੇ ਘਰ ਦੇ ਵਿੱਚ ਆ ਜਾਣਾ ਕੀਤਾ। ਗੁਣ ਨਿਧਾਨ ਘਰ ਆਏ ਕੈ, ਗੁਣਾਂ ਦਾ ਖਜ਼ਾਨਾ ਪਰਮੇਸ਼ਰ ਭਗਤ ਰੂਪ ਧਾਰ ਕੇ, ਭਗਤ ਜੈਦੇਵ ਦਾ ਰੂਪ ਧਾਰ ਕੇ ਭਗਤ ਜੈਦੇਵ ਦੇ ਘਰ ਵਿੱਚ ਆ ਗਏ। ਭਗਤ ਜੀ ਉੱਧਰ ਮੰਦਰ ਵਿੱਚ ਗਏ ਹੋਏ ਸੀ ਪੂਜਾ ਕਰਨ ਲਈ। ਭਗਤ ਰੂਪ ਲਿਖ ਲੇਖ ਬਣਾਵੇ, ਅਤੇ ਭਗਤ ਜੀ ਦਾ ਰੂਪ ਧਾਰ ਕੇ ਆਏ। ਜਿੱਥੇ ਪੁਸਤਕ ਭਗਤ ਜੈਦੇਵ ਨੇ ਰੱਖੀ ਸੀ, ਉੱਥੋਂ ਪੁਸਤਕ ਚੁੱਕ ਕੇ ਉਸ ਪੁਸਤਕ ਦੇ ਵਿੱਚ ਜਿਹੜਾ ਸ਼ਬਦ ਭਗਤ ਜੀ ਨੂੰ ਨਹੀਂ ਸੀ ਔੜਦਾ, ਅਨੁਭਵ ਵਿੱਚ ਨਹੀਂ ਸੀ ਆਉਂਦਾ, ਉਹ ਲਿਖ ਕੇ ਅਤੇ ਪਰਮਾਤਮਾ ਜੀ ਚਲੇ ਗਏ। ਭਗਤ ਦਾ ਰੂਪ ਧਾਰ ਕੇ ਆਏ, ਉਹ ਸ਼ਬਦ ਲਿਖ ਗਏ ਜਿਹੜਾ ਭਗਤ ਜੀ ਨੂੰ ਨਹੀਂ ਸੀ ਆਉਂਦਾ। ਇਸ ਤਰ੍ਹਾਂ ਪਰਮਾਤਮਾ ਨੇ ਵੱਡੀ ਰਹਿਮਤ ਕੀਤੀ ਅਤੇ ਆਪ ਚਲੇ ਗਏ। ਅੱਖਰ ਪੜ੍ਹ ਪ੍ਰਤੀਤ ਕਰ, ਹੋਏ ਵਿਸਮਾਦ ਨ ਅੰਗ ਸਮਾਵੈ। ਜਦ ਭਗਤ ਜੈਦੇਵ ਜੀ ਸੰਧਿਆ ਕਰਕੇ ਵਾਪਸ ਆਏ, ਸੋਚਿਆ ਵੀ ਚੱਲ ਹੁਣ ਮੈਂ ਲਿਖ ਦਿੰਦਾ ਹਾਂ, ਹੁਣ ਮੇਰੇ ਸ਼ਬਦ ਔੜ ਜਾਵੇਗਾ। ਔੜਨ ਦਾ ਮਤਲਬ ਹੁੰਦਾ ਵੀ ਆ ਜਾਣਾ ਜ਼ਿਹਨ ਵਿੱਚ, ਵੀ ਜੋ ਮੈਂ ਲਿਖ ਰਿਹਾ ਵੀ ਉਹ ਮੈਨੂੰ ਪਤਾ ਲੱਗ ਜਾਏ ਕੀ ਲਿਖਣਾ। ਜਦੋਂ ਭਗਤ ਜੀ ਆਏ, ਪੁਸਤਕ ਚੁੱਕੀ, ਪੁਸਤਕ ਨੂੰ ਜਦੋਂ ਵੇਖਿਆ ਖੋਲ੍ਹ ਕੇ, ਅੱਖਰ ਪੜ੍ਹ ਪ੍ਰਤੀਤ ਕਰ, ਅਤੇ ਉਹਦੇ ਵਿੱਚ ਲਿਖੇ ਹੋਏ ਅੱਖਰ ਪੜ੍ਹ ਕੇ ਹੋਏ ਵਿਸਮਾਦ, ਹੈਰਾਨ ਹੋ ਗਏ ਕਿ ਜਿਹੜੇ ਅੱਖਰ ਮੈਨੂੰ ਔੜਦੇ ਨਹੀਂ ਸੀ ਉਹ ਇੱਥੇ ਲਿਖੇ ਹੋਏ ਨੇ। ਇਹ ਕੌਣ ਆਇਆ ਲਿਖਣ ਵਾਸਤੇ? ਹੋਰ ਕੋਈ ਤਾਂ ਆ ਨਹੀਂ ਸਕਦਾ ਇੱਥੇ, ਕੋਈ ਕਿਸੇ ਦੇ ਘਰ ਵਿੱਚ ਕਿਵੇਂ ਜਾ ਕੇ ਲਿਖ ਸਕਦਾ ਹੈ? ਪ੍ਰਤੀਤ ਕਰ, ਭਗਤ ਜੈਦੇਵ ਨੇ ਭਰੋਸਾ ਕਰ ਲਿਆ ਕਿ ਇਹ ਤਾਂ ਰੱਬ ਹੀ ਆਇਆ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਆਇਆ।
ਤੇ ਆਇਆ ਵੀ ਮੇਰਾ ਰੂਪ ਧਾਰ ਕੇ ਹੋਵੇਗਾ, ਨਹੀਂ ਤੇ ਘਰੇ ਪਤਾ ਲੱਗ ਜਾਣਾ ਸੀ, ਘਰਵਾਲੀ ਨੂੰ ਤੀਜਾ ਬੰਦਾ ਥੋੜ੍ਹੀ ਆਏਗਾ। ਸੋ ਭਗਤ ਜੀ ਦੇ ਮਨ ਦੇ ਵਿੱਚ ਪੂਰਾ ਪੱਕਾ ਭਰੋਸਾ ਬਣ ਗਿਆ ਵੀ ਇਹ ਰੱਬ ਹੀ ਆਇਆ ਤੇ ਮੇਰਾ ਰੂਪ ਧਾਰ ਕੇ ਆਇਆ, ਨਾ ਅੰਗ ਸਮਾਵੈ। ਇੰਨੀ ਖੁਸ਼ੀ ਹੋਈ ਕਿ ਉਹ ਖੁਸ਼ੀ ਸਰੀਰ ਦੇ ਅੰਗਾਂ ਵਿੱਚ ਸਮਾਉਂਦੀ ਨਹੀਂ ਹੈ। ਵੇਖੈ ਜਾਏ ਉਜਾੜ ਵਿੱਚ, ਬਿਰਖ ਇੱਕ ਆਚਰਜ ਸੁਹਾਵੈ। ਉਹਦੇ ਤੋਂ ਬਾਅਦ ਕੀ ਹੋਇਆ, ਭਗਤ ਜੈਦੇਵ ਜੀ ਜੰਗਲ ਵਿੱਚ ਗਏ, ਪਰਮਾਤਮਾ ਨੂੰ ਅਰਾਧਦੇ ਹੋਏ ਜੰਗਲ ਵਿੱਚ ਗਏ। ਉੱਥੇ ਇੱਕ ਅਸਚਰਜ ਰੁੱਖ ਸੀ, ਜੰਗਲ ਵਿੱਚ ਸ਼ੋਭ ਰਿਹਾ। ਭਗਤ ਜੀ ਉਸ ਰੁੱਖ ਦੇ ਜਦੋਂ ਨੇੜੇ ਹੋਏ ਗਏ ਤੇ ਉਸ ਰੁੱਖ ਦੇ ਨੇੜੇ ਹੋ ਕੇ ਵੇਖਿਆ ਤੇ ਭਗਤ ਜੀ ਦੀ ਹੈਰਾਨਗੀ ਦੀ ਹੱਦ ਨਾ ਰਹੀ। ਗੀਤ ਗੋਵਿੰਦ ਸੰਪੂਰਣੋ, ਪਤ ਪਤ ਲਿਖਿਆ ਅੰਤ ਨਾ ਪਾਵੈ। ਉਹ ਜਦੋਂ ਰੁੱਖ ਦੇ ਕੋਲ ਗਏ ਤੇ ਉਸ ਰੁੱਖ ਦੇ ਪੱਤੇ ਪੱਤੇ ਉੱਤੇ ਗੀਤ ਗੋਵਿੰਦ ਸੰਪੂਰਨ ਲਿਖੀ ਹੋਈ ਸੀ। ਗੀਤ ਗੋਵਿੰਦ ਇਹ ਪੁਸਤਕ ਦਾ ਨਾਂ ਹੈ ਜਿਹੜੀ ਭਗਤ ਜੈਦੇਵ ਦੀ ਲਿਖੀ ਹੋਈ ਹੈ, ਭਗਤ ਜੈਦੇਵ ਦੀ ਕ੍ਰਿਤ ਹੈ, ਕ੍ਰਿਸ਼ਨ ਭਗਤੀ ਦੇ ਗੀਤ ਲਿਖੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਵੇਖਿਆ ਜਾ ਕੇ, ਪੱਤ ਪੱਤ ਲਿਖਿਆ ਅੰਤ ਨਾ ਪਾਵੇ, ਪੱਤੇ ਪੱਤੇ ਉੱਤੇ ਗੀਤ ਗੋਵਿੰਦ ਲਿਖੀ ਹੋਈ ਹੈ, ਸੰਪੂਰਨ ਲਿਖੀ ਹੋਈ ਹੈ, ਤੇ ਉਹਨਾਂ ਸ਼ਬਦਾਂ ਦਾ ਕੋਈ ਅੰਤ ਨਹੀਂ। ਸੋ ਭਗਤ ਜੀ ਹੈਰਾਨ ਰਹਿ ਗਏ ਵੀ ਇੱਥੇ ਜੰਗਲ ਵਿੱਚ ਇਹ ਰੁੱਖ ਹੈ, ਕਿਸ ਨੇ ਲਿਖਿਆ ਹੈ, ਔਰ ਸਮਝ ਨਹੀਂ ਸੀ ਪੈਂਦੀ ਵੀ ਇੱਥੇ ਕੌਣ ਲਿਖ ਗਿਆ ਹੈ, ਔਰ ਜੋ ਲਿਖਿਆ ਹੋਇਆ ਹੈ ਉਹਨਾਂ ਦਾ ਅੰਤ ਨਹੀਂ ਸੀ ਪੈਂਦਾ। ਭਗਤ ਹੇਤ ਪਰਗਾਸ ਕਰ, ਹੋਏ ਦਇਆਲ ਮਿਲੈ ਗਲ ਲਾਵੈ। ਭਗਤ ਜੀ ਉੱਥੇ ਹੀ ਰੱਬ ਨੂੰ ਆਰਾਧਣ ਲੱਗ ਪਏ ਤੇ ਭਾਈ ਗੁਰਦਾਸ ਜੀ ਕਹਿੰਦੇ ਭਗਤ ਜੀ ਦੇ ਵਾਸਤੇ ਦਰਸ਼ਨ ਦੇਣ ਲਈ ਪਰਮਾਤਮਾ ਆਪ ਸਾਖਿਆਤਕਾਰ ਹੋਇਆ, ਪਰਮੇਸ਼ਰ ਪ੍ਰਗਟ ਹੋਇਆ। ਭਗਤ ਹੇਤ ਪਰਗਾਸ ਕਰ, ਹੋਏ ਦਇਆਲ ਮਿਲੈ ਗਲ ਲਾਵੈ। ਤੇ ਦਿਆਲੂ ਹੋ ਕੇ ਭਗਤ ਜੈਦੇਵ ਨੂੰ ਆਪਣੇ ਕੰਠ ਨਾਲ ਗਲ ਨਾਲ ਲਾ ਕੇ ਪਰਮੇਸ਼ਰ ਜੀ ਮਿਲੇ। ਇੰਨਾ ਪਿਆਰ ਭਗਤਾਂ ਦਾ ਪਰਮੇਸ਼ਰ ਦੇ ਨਾਲ, ਉਹ ਆਪ ਪ੍ਰਗਟ ਹੋ ਕੇ ਆਪਣੇ ਪਿਆਰਿਆਂ ਨੂੰ ਗਲ ਲਾ ਕੇ ਮਿਲਦਾ ਹੈ। ਸੰਤ ਅਨੰਤ ਨ ਭੇਦ ਗਣਾਵੈ। ਸੰਤ ਉਹਦੀ ਮਹਿਮਾ ਵੀ ਅਨੰਤ ਹੈ ਤੇ ਪਰਮਾਤਮਾ ਵੀ ਅਨੰਤ ਹੈ। ਉਹ ਇਸ ਭੇਦ ਨੂੰ ਪਰਮੇਸ਼ਰ ਕਦੇ ਵੀ ਜਣਾਉਂਦਾ ਨਹੀਂ ਹੈ। ਵਾਹਿਗੁਰੂ ਪਰਮਾਤਮਾ ਨੇ ਆਪ ਭਗਤ ਜੀ ਦਾ ਰੂਪ ਧਾਰ ਕੇ ਉਹ ਸ਼ਬਦ, ਉਹ ਅੱਖਰ ਪੂਰੇ ਕਰ ਦਿੱਤੇ ਜਿਹੜੇ ਭਗਤ ਜੈਦੇਵ ਦੇ ਅਨੁਭਵ ਵਿੱਚ ਨਹੀਂ ਸੀ ਆਉਂਦੇ। ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਔਰ ਭਗਤ ਜੀ ਨੂੰ ਕੰਠ ਦੇ ਨਾਲ ਲਾ ਕਰਕੇ ਮਿਲੇ। ਸੋ ਵਾਹਿਗੁਰੂ ਪਰਮਾਤਮਾ ਆਪਣੇ ਪਿਆਰਿਆਂ ਦੇ ਨਾਲ ਸਦਾ ਹੀ ਮੇਲ ਰੱਖਦਾ ਹੈ ਔਰ ਸਦਾ ਹੀ ਆਪਣੇ ਪਿਆਰੇ ਭਗਤਾਂ ਦੇ ਉੱਤੇ ਬਖਸ਼ਿਸ਼ਾਂ ਕਰਦਾ ਹੈ, ਉਹਨਾਂ ਨੂੰ ਸਦਾ ਨਿਵਾਜਦਾ ਰਹਿੰਦਾ ਹੈ। ਭਗਤ ਜੈਦੇਵ ਜੀ ਦੇ ਹੋਰ ਵੀ ਜੀਵਨ ਦੇ ਬਹੁਤ ਸਾਰੇ ਸਮਾਚਾਰ ਸਾਨੂੰ ਪ੍ਰਾਪਤ ਹੁੰਦੇ ਹੈ। ਭਗਤ ਮਾਲ ਦੇ ਵਿੱਚ ਵੀ ਉਹਨਾਂ ਦੇ ਜੀਵਨ ਦੇ ਅਨੇਕਾਂ ਸਮਾਚਾਰ ਨੇ। ਥਾਂ ਥਾਂ 'ਤੇ ਜਾ ਕਰਕੇ ਆਪ ਪ੍ਰਭੂ ਭਗਤੀ ਦ੍ਰਿੜ ਕਰਵਾਉਂਦੇ ਰਹੇ। ਵਾਹਿਗੁਰੂ ਪਰਮਾਤਮਾ ਦੀ ਆਪ ਨੇ ਬੰਦਗੀ ਇਬਾਦਤ ਕੀਤੀ ਅਤੇ ਅਨੇਕਾਂ ਨੂੰ ਭੁੱਲਿਆਂ ਭਟਕਿਆਂ ਨੂੰ ਪ੍ਰੇਮਾ ਭਗਤੀ ਦੇ ਰਾਹੇ ਪਾ ਕੇ ਉਹਨਾਂ ਦੇ ਜੀਵਨ ਨੂੰ ਸਫਲ ਬਣਾਇਆ। ਸੋ ਉਹਨਾਂ ਦੇ ਜੀਵਨ ਦੀ ਇੱਕ ਐਸੀ ਘਟਨਾ ਹੈ, ਇੱਕ ਵਾਰ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਭਗਤ ਮਾਲ ਵਾਲਿਆਂ ਲਛਮਣ ਸੈਨ ਨਾਂ ਲਿਖਿਆ ਉਸ ਰਾਜੇ ਦਾ। ਉੱਥੋਂ ਬਹੁਤ ਸਾਰਾ
ਧਨ ਪਦਾਰਥ ਭਗਤ ਜੀ ਨੂੰ ਪ੍ਰਾਪਤ ਹੋਇਆ। ਜਦੋਂ ਚੱਲੇ ਰਸਤੇ ਵਿੱਚ ਚੋਰ ਮਿਲ ਗਏ। ਭਗਤ ਜੀ ਤੋਂ ਧਨ ਇਤਿਆਦਿਕ ਤਾਂ ਖੋਇਆ ਹੀ ਖੋਇਆ, ਨਾਲੇ ਭਗਤ ਜੀ ਨੂੰ ਨੁਕਸਾਨ ਪਹੁੰਚਾਇਆ। ਉਹਨਾਂ ਦੇ ਹੱਥਾਂ ਨੂੰ ਕੱਟ ਦਿੱਤਾ ਗਿਆ, ਖੂਹ 'ਚ ਸੁੱਟ ਦਿੱਤਾ। ਧਨ ਲੈ ਕੇ ਉਹ ਚਲੇ ਗਏ। ਖੂਹ ਵਿੱਚ ਬਹੁਤਾ ਜ਼ਿਆਦਾ ਪਾਣੀ ਨਹੀਂ ਸੀ। ਉੱਥੇ ਆਪ ਰੱਬ ਦੇ ਗੀਤ ਗਾਈ ਗਏ। ਉਧਰੋਂ ਸੁਭਾਵਕ ਰਾਜਾ ਕਿਤੇ ਸ਼ਿਕਾਰ 'ਤੇ ਨਿਕਲਿਆ। ਖੂਹ ਵਿੱਚੋਂ ਆਵਾਜ਼ ਆਉਂਦੀ ਵੇਖੀ, ਸੁਣਿਆ। ਨੇੜੇ ਹੋਏ ਵੇਖਿਆ ਤੇ ਭਗਤ ਜੈਦੇਵ ਜੀ। ਯਤਨ ਕਰਕੇ ਬਾਹਰ ਕੱਢਿਆ, ਹੱਥ ਕੱਟੇ ਹੋਏ ਵੇਖੇ। ਹੈਰਾਨ ਰਹਿ ਗਿਆ ਰਾਜਾ। ਪੁੱਛਿਆ ਤੇ ਸਾਰੀ ਗੱਲਬਾਤ ਭਗਤ ਜੀ ਨੇ ਦੱਸੀ ਵੀ ਇਹ ਇੱਦਾਂ ਚੋਰ ਡਾਕੂ ਮਿਲੇ ਸੀ, ਇਹ ਉਹਨਾਂ ਨੇ ਸਾਰਾ ਕੁਝ ਕੀਤਾ ਹੈ। ਰਾਜਾ ਆਪਣੇ ਦਰਬਾਰ ਵਿੱਚ ਆਪਣੇ ਮਹਿਲਾਂ 'ਚ ਲੈ ਗਿਆ। ਮੈਂ ਤੇਰਾ ਇਲਾਜ ਚੰਗੀ ਤਰ੍ਹਾਂ ਕਰਵਾਵਾਂਗਾ, ਬਾਅਦ ਵਿੱਚ ਜਾਣ ਦਿਆਂਗਾ। ਕੁਝ ਹੀ ਦਿਨਾਂ ਬਾਅਦ ਰਾਜੇ ਨੇ ਜਿੰਨੇ ਸਾਧੂ ਫਕੀਰ ਸੰਤ, ਉਹਨਾਂ ਨੂੰ ਬਹੁਤ ਸਾਰਾ ਧਨ ਦਿੱਤਾ, ਸੱਦਾ ਦਿੱਤਾ ਵੀ ਜਿੰਨੇ ਵੀ ਪਰਮੇਸ਼ਰ ਦੇ ਪਿਆਰੇ ਨੇ, ਸਾਧੂ ਨੇ, ਬ੍ਰਾਹਮਣ ਨੇ, ਉਹ ਆ ਕੇ ਬਹੁਤ ਸਾਰਾ ਧਨ ਦਾਨ ਪ੍ਰਾਪਤ ਕਰ ਲੈਣ। ਭੇਸ ਵਟਾ ਕੇ ਉਹ ਜਿਹੜੇ ਡਾਕੂ ਚੋਰ ਸੀ ਉਹ ਵੀ ਆ ਗਏ। ਲਿਬਾਸ ਸਾਧੂਆਂ ਵਾਲਾ ਸੀ। ਭਗਤ ਜੈਦੇਵ ਨੇ ਪਛਾਣ ਲਏ, ਉਹਨਾਂ ਨੇ ਵੀ ਭਗਤ ਜੈਦੇਵ ਨੂੰ ਪਛਾਣ ਲਿਆ, ਇਹ ਉਹੀ ਬੰਦਾ ਹੈ। ਤੇ ਭਗਤ ਜੈਦੇਵ ਨੇ ਰਾਜੇ ਨੂੰ ਕਹਿ ਕੇ ਕਿ ਇਹ ਬੜੇ ਪੂਰਨ ਬ੍ਰਹਮ ਗਿਆਨੀ ਨੇ ਜੀ, ਇਹਨਾਂ ਨੂੰ ਬਹੁਤਾ ਦਾਨ ਦਿਓ, ਬਹੁਤ ਸਾਰਾ ਧਨ ਪਦਾਰਥ ਦਿਓ। ਰਾਜੇ ਨੇ ਗੱਲ ਸੱਚ ਮੰਨ ਲਈ, ਬਹੁਤ ਸਾਰਾ ਧਨ ਪਦਾਰਥ ਦਿੱਤਾ ਉਹਨਾਂ ਨੂੰ। ਤੇ ਨਾਲ ਰਾਜੇ ਨੇ ਆਪਣੇ ਸਿਪਾਹੀ ਭੇਜ ਦਿੱਤੇ ਵੀ ਇਹਨਾਂ ਨੂੰ ਛੱਡ ਕੇ ਵੀ ਆਵੋ ਦੂਰ ਤੱਕ, ਕੋਈ ਰਾਹ ਵਿੱਚ ਇਹ ਖੋਹ ਨਾ ਲਵੇ ਇਹਨਾਂ ਪਾਸੋਂ। ਰਸਤੇ ਵਿੱਚ ਜਾਂਦਿਆਂ ਉਹਨਾਂ ਸਿਪਾਹੀਆਂ ਨੇ ਪੁੱਛਿਆ, ਕਹਿੰਦੇ ਵੀ ਤੁਹਾਡੀ ਬੜੀ ਜਾਣ ਪਛਾਣ ਭਗਤ ਜੈਦੇਵ ਦੇ ਨਾਲ? ਕਹਿੰਦੇ ਹਾਂ, ਪਹਿਲੋਂ ਨਾ ਇੱਕ ਥਾਂ 'ਤੇ ਰਾਜੇ ਦੇ ਕੋਲ ਅਸੀਂ ਨੌਕਰ ਹੁੰਦੇ ਸੀ। ਝੂਠ ਬੋਲਣ ਲੱਗ ਪਏ। ਉੱਥੇ ਇਹ ਜਿਹੜਾ ਨਾ ਜੈਦੇਵ, ਇਹਨੇ ਬਹੁਤ ਵੱਡੀ ਗਲਤੀ ਕੀਤੀ ਤੇ ਰਾਜੇ ਨੇ ਇਹਨੂੰ ਸਜ਼ਾ ਦਿੱਤੀ ਸੀ ਤੇ ਸਾਨੂੰ ਕਿਹਾ ਸੀ ਵੀ ਇਹਨੂੰ ਮਾਰ ਕੇ ਤੇ ਖੂਹ 'ਚ ਸੁੱਟ ਆਓ। ਕਹਿੰਦੇ ਸਾਡੇ ਮਨ 'ਚ ਤਰਸ ਆ ਗਿਆ, ਅਸੀਂ ਜਾਨੋਂ ਤੇ ਨਾ ਮਾਰਿਆ, ਉੱਦਾਂ ਹੀ ਇਹਦੇ ਹੱਥ ਕੱਟ ਕੇ ਤੇ ਖੂਹ 'ਚ ਸੁੱਟ ਦਿੱਤਾ ਸੀ। ਫਿਰ ਅਸੀਂ ਚਲੇ ਗਏ। ਏਡਾ ਵੱਡਾ ਝੂਠ। ਕਹਿੰਦੇ ਉਸੇ ਵੇਲੇ ਭੁਚਾਲ ਆਇਆ, ਧਰਤੀ ਫਟੀ। ਉਹ ਜਿਹੜੇ ਬੰਦੇ ਸੀ ਨਾ, ਉਹ ਪਾੜ ਦੇ ਵਿੱਚ ਉੱਥੇ ਹੀ ਡਿੱਗ ਗਏ, ਗਰਕ ਹੋ ਗਏ, ਉਹਨਾਂ ਨੂੰ ਕੋਈ ਕੱਢ ਨਹੀਂ ਸਕਿਆ। ਮੌਤ ਹੋ ਗਈ। ਵੀ ਏਡਾ ਵੱਡਾ ਰੱਬ ਪਰਮੇਸ਼ਰ ਦੇ ਪਿਆਰੇ ਦੇ ਨਾਲ ਝੂਠ। ਇੱਧਰ ਜਦੋਂ ਉਹ ਵਾਪਸ ਆਏ ਹੈ ਤੇ ਭਗਤ ਜੈਦੇਵ ਜੀ 9/9, ਉਹਨਾਂ ਦੇ ਹੱਥ ਵੀ ਬਿਲਕੁਲ ਠੀਕ ਹੋ ਗਏ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਜਿਹੜੀ ਉਹਨਾਂ ਨੇ ਕਥਾ ਕੀਤੀ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ, ਦੇ ਵਿੱਚ ਵੀ ਉਹ ਜ਼ਿਕਰ ਕਰਦੇ ਹੈ। ਔਰ ਹੋਰ ਗ੍ਰੰਥਾਂ ਵਿੱਚੋਂ ਵੀ ਸਾਨੂੰ ਭਗਤ ਜੀ ਦੇ ਜੀਵਨ ਦੀ ਇਹ ਘਟਨਾ ਮਿਲਦੀ ਹੈ। ਵੇਖੋ ਪਰਮੇਸ਼ਰ ਕਿਵੇਂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਆਂਚ ਨਹੀਂ ਆਉਣ ਦਿੰਦਾ ਆਪਣੇ ਪਿਆਰਿਆਂ ਨੂੰ, ਉਹ ਆਪ ਸਹਾਈ ਹੁੰਦਾ ਹੈ। ਅਤੇ ਝੂਠ ਬੋਲਣ ਵਾਲੇ, ਭਗਤ ਜਨਾਂ ਦੇ ਨਾਲ ਠੱਗੀਆਂ ਕਰਨ ਵਾਲੇ, ਉਹ ਗਰਕ ਜਾਂਦੇ ਹੈ। ਸੋ ਭਗਤ ਜੈਦੇਵ ਜੀ ਬਹੁਤ ਪਿਆਰੇ ਪਰਮੇਸ਼ਰ ਦੇ ਭਗਤ ਹੋਏ ਹੈ। ਸੋ ਇਸ ਤੋਂ ਅੱਗੇ ਹੁਣ 11ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ, ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ। ਔਰ ਵਾਹਿਗੁਰੂ ਨੇ ਜੀਵਨ ਦੇ ਹਰ ਪੜਾਅ 'ਤੇ ਉਹਨਾਂ ਦੀ ਸਹਾਇਤਾ ਕੀਤੀ ਪਰਮਾਤਮਾ ਨੇ। ਉਹਨਾਂ ਦੀ ਕਥਾ ਨੂੰ ਹੁਣ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ। ਕੰਮ ਕਿਤੈ ਪਿਓ ਚੱਲਿਆ,
ਨਾਮ ਦਿਓ ਨੋ ਆਖ ਸਿਧਾਇਆ। ਭਗਤ ਨਾਮਦੇਵ ਜੀ ਦੇ ਸਤਿਕਾਰਯੋਗ ਪਿਤਾ, ਕਿਤੇ ਬਾਹਰ ਉਹਨਾਂ ਨੇ ਕੰਮ 'ਤੇ ਜਾਣਾ ਸੀ ਅਤੇ ਨਾਮਦੇਵ ਨੂੰ ਆਖ ਕੇ, ਇਹ ਗੱਲ ਆਖ ਕੇ ਨਾਮਦੇਵ ਨੂੰ ਗਏ। ਕੁਝ ਇਤਿਹਾਸਕਾਰਾਂ ਨੇ ਨਾ ਇਤਿਹਾਸ ਦੀ ਖੋਜ ਕੀਤੇ ਤੋਂ ਬਗੈਰ ਕੁਝ ਗੱਲਾਂ ਲਿਖੀਆਂ। ਭਗਤ ਨਾਮਦੇਵ ਜੀ ਦੇ ਪਿਤਾ ਦੀ ਪਹਿਲਾਂ ਆਖੇ ਉਹ ਅਕਾਲ ਚਲਾਣਾ ਕਰ ਗਏ ਸੀ, ਨਹੀਂ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ ਪਿਤਾ ਜੀ ਦਾ, ਬਾਬਾ ਦਾਮ ਸ਼ੇਟੀ ਜੀ। ਕੰਮ ਕਿਤੇ ਪਿਓ ਚੱਲਿਆ, ਨਾਮ ਦਿਓ ਨੂੰ ਆਖ ਸਿਧਾਇਆ। ਭਗਤ ਨਾਮਦੇਵ ਜੀ ਦੇ ਪਿਤਾ ਕਿਤੇ ਬਾਹਰ ਕੰਮ 'ਤੇ ਚੱਲੇ ਸੀ ਅਤੇ ਭਗਤ ਨਾਮਦੇਵ ਜੀ ਨੂੰ ਕਹਿ ਕੇ ਗਏ। ਕੀ ਕਹਿ ਕੇ ਗਏ? ਠਾਕੁਰ ਦੀ ਸੇਵਾ ਕਰੀ, ਦੁੱਧ ਪੀਆਵਣ ਕਹਿ ਸਮਝਾਇਆ। ਭਗਤ ਨਾਮਦੇਵ ਜੀ ਦੇ ਪਿਤਾ ਠਾਕੁਰਾਂ ਦੀ ਪੂਜਾ ਕਰਦੇ ਸੀ, ਭੋਗ ਲਵਾਉਂਦੇ ਸੀ, ਜੋ ਉਹਨਾਂ ਦੇ ਮਤ ਵਿੱਚ ਹੈ। ਅਤੇ ਆਪਣੇ ਪੁੱਤਰ ਨੂੰ ਕਿਹਾ ਵੀ ਠਾਕੁਰਾਂ ਦੀ ਸੇਵਾ ਕਰੀ ਅਤੇ ਦੁੱਧ ਪਿਆਵੀਂ ਠਾਕੁਰ ਜੀ ਨੂੰ। ਇਹ ਕਹਿ ਕੇ ਸਮਝਾ ਕੇ ਅਤੇ ਚਲੇ ਗਏ। ਨਾਮ ਦਿਓ ਇਸ਼ਨਾਨ ਕਰ, ਕਪਲ ਗਾਏ ਦੋਹਿ ਕਹਿ ਲੈ ਆਇਆ। ਭਗਤ ਨਾਮਦੇਵ ਜੀ ਬਚਪਨ ਵਿੱਚ ਸੀ। ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਠਾਕੁਰ ਨੂੰ ਸਿਰਫ ਥੋੜ੍ਹਾ ਜਿਹਾ ਅੱਗੇ ਦੁੱਧ ਰੱਖ ਕੇ ਅਤੇ ਫਿਰ ਸਾਰਾ ਆਪ ਪੀ ਲੈਂਦੇ ਹੈ। ਗੁਰਬਾਣੀ ਦਾ ਬਚਨ ਭੋਲੇ ਭਾਏ ਮਿਲੇ ਰਗ ਰਾਇਆ। ਉਹ ਭੋਲੇ ਭਾਅ ਮਿਲਦਾ ਹੈ ਪਰਮਾਤਮਾ, ਚਲਾਕੀਆਂ ਨਹੀਂ, ਚਤਰਾਈਆਂ ਨਹੀਂ। ਭਗਤ ਨਾਮਦੇਵ ਜੀ ਨੇ ਇਸ਼ਨਾਨ ਕੀਤਾ। ਅਗਲੇ ਦਿਨ ਕਪਲ ਗਾਏ, ਉਹ ਗਾਂ ਦਾ ਨਾਂ ਸੀ ਕਪਲ ਗਾਂ, ਉਹ ਚੋ ਕੇ ਅਤੇ ਦੁੱਧ ਲੈ ਆਏ। ਠਾਕੁਰ ਨੂੰ ਨਾਵਾਲ ਕੈ, ਚਰਨ ਉਦਕ ਲੈ ਤਿਲਕ ਚੜਾਇਆ। ਦੁੱਧ ਲੈ ਆ ਕੇ ਫਿਰ ਭਗਤ ਜੀ ਨੇ ਠਾਕੁਰ ਜੀ ਨੂੰ ਇਸ਼ਨਾਨ ਕਰਾਇਆ, ਚਰਨੋਦਕ ਚਰਨਾਂ ਦਾ ਅੰਮ੍ਰਿਤ ਲਿਆ ਅਤੇ ਤਿਲਕ ਵੀ ਲਾਇਆ। ਹੱਥ ਜੋੜ ਬਿਨਤੀ ਕਰੈ, ਦੁੱਧ ਪੀਓ ਜੀ ਗੋਬਿੰਦ ਰਾਇਆ। ਫਿਰ ਚੌਂਕੜਾ ਲਾ ਕੇ ਬਹਿ ਗਏ। ਭਾਈ ਸਾਹਿਬ ਭਾਈ ਗੁਰਦਾਸ ਨੇ ਇਹ ਕਥਾ ਲਿਖੀ ਵੀ ਦ੍ਰਿੜ ਵਿਸ਼ਵਾਸ ਵੇਖੋ ਭਗਤ ਜੀ ਦਾ। ਹਰ ਬੰਦੇ ਦੇ ਮਨ ਵਿੱਚ ਇਹ ਦ੍ਰਿੜ ਵਿਸ਼ਵਾਸ ਨਹੀਂ ਹੁੰਦਾ। ਚੌਂਕੜਾ ਲਾ ਕੇ ਬਹਿ ਗਏ ਅਤੇ ਹੱਥ ਜੋੜ ਕੇ ਬੇਨਤੀ ਕਰਦੇ ਨੇ, ਐ ਗੋਬਿੰਦ ਰਾਇਆ ਜੀ, ਹੇ ਪਰਮੇਸ਼ਰ ਜੀ, ਐ ਗੋਬਿੰਦ ਰਾਇਆ, ਗੋਬਿੰਦ ਰਾਏ ਰਾਜਾ ਸਰੂਪ ਜੀ, ਦੁੱਧ ਹਾਜ਼ਰ ਹੈ, ਆਪ ਜੀ ਦੁੱਧ ਪੀਵੋ, ਦੁੱਧ ਛਕੋ। ਨਿਹਚਉ ਕਰ ਆਰਾਧਿਆ, ਹੋਏ ਦਇਆਲ ਦਰਸ ਦਿਖਲਾਇਆ। ਨਿਹਚਉ ਕਰ ਆਰਾਧਿਆ, ਨਿਸ਼ਚੇ ਦੇ ਨਾਲ ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਆਰਾਧਿਆ ਤਾਂ ਪਰਮਾਤਮਾ ਨੇ ਦਿਆਲੂ ਹੋ ਕੇ ਦਰਸ਼ਨ ਦਿੱਤੇ। ਵਸਦਾ ਤਾਂ ਉਹ ਸਾਰਿਆਂ ਥਾਵਾਂ 'ਤੇ ਹੈ। ਉੱਥੋਂ ਪ੍ਰਗਟ ਹੋ ਗਿਆ ਵੀ ਭਗਤ ਨਾਮਦੇਵ ਇਹ ਇੱਥੇ ਹੀ ਬੈਠਾ ਰਹੇਗਾ ਜੇ ਮੈਂ ਇਹਨੂੰ ਦਰਸ਼ਨ ਨਾ ਦਿੱਤੇ, ਇਹਨੇ ਨਹੀਂ ਉੱਠਣਾ। ਬੜੇ ਲੋਕ ਅੱਜ ਤੱਕ ਪੂਜਾ ਕਰਦੇ ਰਹੇ ਪਰ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਨਹੀਂ, ਦ੍ਰਿੜ ਨਹੀਂ, ਭਰੋਸਾ ਨਹੀਂ। ਹੁਣ ਇਹ ਤਾਂ ਪੱਕਾ ਭਰੋਸਾ ਧਾਰ ਕੇ ਬਹਿ ਗਿਆ। ਜਿਵੇਂ ਪੀਰ ਭੀਖਣ ਸ਼ਾਹ ਨਹੀਂ ਜਦੋਂ ਪਟਨਾ ਸਾਹਿਬ ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਕਰਨ ਗਿਆ ਅਤੇ ਮਾਤਾ ਜੀ ਅਤੇ ਸਾਰਿਆਂ ਨੇ ਕਿਹਾ ਸੀ ਵੀ ਨਹੀਂ ਐਡੀ ਛੇਤੀ ਦਰਸ਼ਨ ਨਹੀਂ ਕਰਾਉਣੇ। ਉਹ ਤਾਂ ਧਰਨਾ ਲਾ ਕੇ ਬਹਿ ਗਿਆ ਉੱਥੇ, ਦ੍ਰਿੜ ਨਿਸ਼ਚਾ ਵੀ ਦਰਸ਼ਨ ਕਰਾਂਗਾ ਅਤੇ ਕੁਝ ਮੂੰਹ ਵਿੱਚ ਪਾਵਾਂਗਾ, ਨਹੀਂ ਅਤੇ ਛਕਣਾ ਨਹੀਂ। ਅਤੇ ਕਲਗੀਧਰ ਮਹਾਰਾਜ ਦੇ ਦਰਸ਼ਨ ਕੀਤੇ ਸੀ। ਸੋ ਨਿਸ਼ਚੈ ਕਰਕੇ ਦ੍ਰਿੜ ਨਿਸ਼ਚੇ ਨਾਲ ਜਦੋਂ ਭਗਤ ਨਾਮਦੇਵ ਜੀ ਨੇ ਆਰਾਧਨਾ ਕੀਤੀ, ਦਿਆਲੂ ਹੋ ਕੇ ਪਰਮਾਤਮਾ ਨੇ ਦਰਸ਼ਨ ਦਿੱਤੇ। ਭਰੀ ਕਟੋਰੀ ਨਾਮਦੇਵ, ਲੈ ਠਾਕੁਰ ਨੂੰ ਦੁੱਧ ਪਿਆਇਆ। ਭਗਤ ਨਾਮਦੇਵ ਜੀ ਨੇ ਕਟੋਰੀ ਭਰ ਕੇ ਦੁੱਧ ਦੀ
ਠਾਕੁਰ ਜੀ ਨੂੰ ਫੜਾਈ, ਪਰਮੇਸ਼ਰ ਪ੍ਰਤੱਖ ਪ੍ਰਗਟ ਹੋਏ, ਉਹਨਾਂ ਨੇ ਫੜੀ ਅਤੇ ਇਸ ਤਰ੍ਹਾਂ ਭਗਤ ਜੀ ਨੇ ਠਾਕੁਰ ਜੀ ਨੂੰ, ਪਰਮੇਸ਼ਰ ਨੂੰ ਦੁੱਧ ਪਿਆਇਆ। ਗਾਏ ਮੁਈ ਜੀਵਾਲਿਓਨ, ਨਾਮਦੇਵ ਦਾ ਛੱਪਰ ਛਾਇਆ। ਫਿਰ ਪਰਮਾਤਮਾ ਨੇ ਭਗਤ ਜੀ ਵਾਸਤੇ ਮਰੀ ਹੋਈ ਗਾਂ ਵੀ ਜਿਉਂਦੀ ਕੀਤੀ ਸੀ। ਬਿਲਕੁਲ ਸੰਖੇਪ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਸਾਹਿਬ ਨੇ ਇੱਥੇ। ਜਦੋਂ ਤੀਰਥ ਯਾਤਰਾ ਕਰਦੇ ਹੋਏ ਭਗਤ ਨਾਮਦੇਵ ਜੀ ਦਿੱਲੀ ਪਹੁੰਚੇ ਹੈ ਨਾ, ਬਹੁਤ ਸਾਰੇ ਲੋਕ ਸ਼ਰਧਾ ਦੇ ਨਾਲ ਆਪ ਦੇ ਕੋਲ ਆਉਂਦੇ ਸੀ। ਮੁਹੰਮਦ ਬਿਨ ਤੁਗਲਕ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ। ਖਾਸ ਕਰਕੇ ਉਹਨਾਂ ਤੁਰਕਾਂ ਨੂੰ, ਮੁਸਲਮਾਨਾਂ ਨੂੰ ਇਹ ਗੱਲ ਨਹੀਂ ਸੀ ਭਾਉਂਦੀ ਵੀ ਇੱਕ ਜਿਹੜਾ ਹਿੰਦੂ ਹੈ ਉਹਦੀ ਇੰਨੀ ਮਾਨਤਾ ਹੋਵੇ, ਲੋਕ ਉਹਨੂੰ ਮੰਨਣ। ਅਤੇ ਭਗਤ ਨਾਮਦੇਵ ਜੀ, ਉਹਨਾਂ ਦਾ ਜਸ, ਉਹਨਾਂ ਦੀਆਂ ਵਡਿਆਈਆਂ ਬਾਦਸ਼ਾਹ ਤੱਕ ਪਹੁੰਚੀਆਂ ਸਨ। ਅਤੇ ਬਾਦਸ਼ਾਹ ਨੇ ਇੱਕ ਮਰੀ ਹੋਈ ਗਾਂ ਜਿਉਂਦੀ ਕਰਨ ਵਾਸਤੇ ਕਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਜੀ ਦਾ ਉਹ ਸ਼ਬਦ ਹੈ, ਬਹੁਤ ਲੰਬਾ ਸ਼ਬਦ ਹੈ। ਸੁਲਤਾਨ ਪੂਛੈ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਮੁਹੰਮਦ ਬਿਨ ਤੁਗਲਕ ਸੁਲਤਾਨ ਪੁੱਛਦਾ ਹੈ ਨਾਮਦੇਵ, ਮੈਂ ਵੇਖਣਾ ਚਾਹੁੰਦਾ ਵੀ ਤੇਰਾ ਜਿਹੜਾ ਰਾਮ ਹੈ ਨਾ, ਰੱਬ, ਉਹ ਕੀ ਕੰਮ ਕਰਦਾ ਹੈ। ਨਾਮਾ ਸੁਲਤਾਨੇ ਬਾਦਲਾ, ਬਾਦਸ਼ਾਹ ਨੇ ਭਗਤ ਨਾਮਦੇਵ ਨੂੰ ਬਣਵਾ ਦਿੱਤਾ ਵੀ ਇਹਨੂੰ ਬੇੜੀਆਂ ਪਾ ਦਿਓ, ਬੰਨ੍ਹ ਲਓ। ਦੇਖੋ ਤੇਰਾ ਹਰ ਬੀਠਲਾ, ਵੇਖਦਾ ਹਾਂ ਤੇਰਾ ਬੀਠਲ ਕੀ ਕਰਦਾ ਹੈ। ਬਿਸਮਿਲ ਗਊ ਦੇਹੋ ਜੀ ਆਏ, ਨਾ ਤਰ ਗਰਦਨ ਮਾਰੋਂ ਠਾਏ। ਬਿਸਮਿਲ ਜਿਹੜੀ ਮਰੀ ਹੋਈ ਗਾਂ ਹੈ, ਇਹਨੂੰ ਜਿਉਂਦੀ ਕਰ ਦੇ। ਤੇਰੀਆਂ ਗੱਲਾਂ ਮੈਂ ਪਹਿਲਾਂ ਸੁਣੀਆਂ ਨੇ, ਅਤੇ ਜੇ ਗਾਂ ਨਹੀਂ ਜਿਉਂਦੀ ਕਰਦਾ ਤਾਂ ਫਿਰ ਮੈਂ ਗਰਦਨ ਮਾਰੋਂ ਉਠਾਏ, ਫਿਰ ਤੇਰਾ ਸਿਰ ਧੜ ਤੋਂ ਵੱਖਰਾ ਕਰ ਦੇਣਾ, ਤੈਨੂੰ ਮਾਰ ਦੇਣਾ ਹੈ। ਅਤੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਐ ਸੁਲਤਾਨ, ਐ ਬਾਦਸ਼ਾਹ, ਇਹ ਵੀ ਕਦੀ ਹੋਇਆ ਵੀ ਮਰੀ ਹੋਈ ਗਾਂ ਜਿਉਂਦੀ ਹੋਈ ਹੋਵੇ? ਇੱਦਾਂ ਨਹੀਂ ਕਦੀ ਹੋਇਆ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਕਹਿੰਦੇ ਮੇਰਾ ਕੀਤਾ ਕੀ ਹੋਣਾ, ਜੋ ਪਰਮੇਸ਼ਰ ਨੇ ਕਰਨਾ ਉਹੀ ਹੋਣਾ ਹੈ। ਮੈਂ ਕੌਣ ਹੁੰਦਾ ਮਾਰਨ ਵਾਲਾ ਅਤੇ ਜਿਵਾਉਣ ਵਾਲਾ? ਇਹ ਤਾਂ ਡੋਰ ਰੱਬ ਦੇ ਹੱਥ ਵਿੱਚ ਹੈ, ਮਾਰਨਾ ਅਤੇ ਜਿਉਂਦੇ ਕਰਨਾ। ਬਿਸਮਿਲ ਕੀਆ ਨਾ ਜੀਵੈ ਕੋਏ, ਮਰਿਆ ਹੋਇਆ ਕੋਈ ਨਹੀਂ ਜਿਉਂਦਾ ਹੋਇਆ। ਉਹਦਾ ਕੰਮ ਹੈ ਰੱਬ ਦਾ, ਇਹ ਸਾਡਾ ਨਹੀਂ। ਭਗਤ ਨਾਮਦੇਵ ਜੀ ਨੂੰ ਪੈਰਾਂ ਹੱਥਾਂ 'ਚ ਬੇੜੀਆਂ ਪਾ ਕੇ ਹਾਥੀ ਅੱਗੇ ਵੀ ਸੁੱਟਿਆ ਗਿਆ। ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਉਹ ਹਾਥੀ ਆਪਣੀ ਸੁੰਡ ਦੇ ਨਾਲ ਚੋਟ ਕਰਦਾ ਹੈ ਅਤੇ ਭਗਤ ਨਾਮਦੇਵ ਜੀ ਰੱਬ ਦੇ ਗੁਣ ਗਾਉਂਦੇ ਹੈ। ਮਾਂ ਆਈ, ਮਾਂ ਨੇ ਬਥੇਰਾ ਕਿਹਾ, ਪੁੱਤ ਇਹਦੀ ਗੱਲ ਮੰਨ ਲੈ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਕਹਿ ਲੈ। ਅਤੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜ੍ਹੈ ਤੋ ਹਰ ਗੁਣ ਗਾਏ। ਮੈਂ ਤੇਰਾ ਪੁੱਤਰ ਨਹੀਂ, ਤੂੰ ਮੇਰੀ ਮਾਂ ਨਹੀਂ, ਜਿਹੜੀ ਇਹ ਗੱਲ ਕਹਿੰਦੀ ਹੈ ਵੀ ਇਹ ਹਕੂਮਤ ਦੇ ਅੱਗੇ ਝੁਕ ਜਾਵਾਂ, ਇਹਦੀ ਈਨ ਮੰਨ ਲਵਾਂ, ਇਹ ਕਿਵੇਂ ਹੋਵੇਗਾ। ਗੰਗ ਜਮਨ ਜੋ ਉਲਟੀ ਬਹੈ, ਤੋ ਨਾਮਾ ਹਰ ਕਰਤਾ ਰਹੇ। ਕਹਿੰਦੇ ਭਾਵੇਂ ਗੰਗਾ ਜਮਨਾ ਉਲਟੀਆਂ ਵਗਣ ਲੱਗ ਪੈਣ, ਨਾਮਦੇਵ ਤਾਂ ਬੀਠਲ ਕਹੇਗਾ, ਪਰਮਾਤਮਾ ਦਾ ਨਾਮ ਕਹੇਗਾ। ਇਹ ਜ਼ਬਰਦਸਤੀ ਕਹਿੰਦੇ ਆ ਵੀ ਤੂੰ ਕਹਿ, ਮੈਂ ਜ਼ਬਰਦਸਤੀ ਨਹੀਂ ਹੋਣ ਦੇਣੀ। ਸੋ ਖੈਰ ਬਹੁਤ ਸਖਤੀ ਕੀਤੀ। ਬਾਦਸ਼ਾਹ ਮਹਿਲਾਂ ਵਿੱਚ ਚਲਿਆ ਗਿਆ। ਮੁਹੰਮਦ ਬਿਨ ਤੁਗਲਕ ਬਾਦਸ਼ਾਹੋ ਮਹਿਲ ਮਹਿ ਜਾਏ, ਔਕਟ ਕੀ ਘਟ ਲਾਗੀ ਆਏ। ਉਹਦੇ ਪੇਟ 'ਚ ਸੂਲ ਹੋਇਆ, ਦੁੱਖ ਹੋਇਆ ਉਸਨੂੰ। ਰੱਬ ਵੱਲੋਂ ਭਗਤਾਂ ਦੇ ਨਾਲ ਜੋ ਇੱਦਾਂ ਕਰਦਾ ਹੈ, ਫਿਰ ਪਰਮਾਤਮਾ
ਜਦੋਂ ਉਹਦੀ ਗੈਬੀ ਤਲਵਾਰ ਚੱਲਦੀ ਹੈ, ਵੱਡੇ ਵੱਡੇ ਬਾਦਸ਼ਾਹ ਵੀ ਮੂੰਹ ਦੇ ਮੂੰਹ ਡਿੱਗ ਜਾਂਦੇ। ਉਧਰ ਪਰਮਾਤਮਾ ਨੇ ਮਿਹਰ ਕੀਤੀ, ਉਹ ਮਰੀ ਹੋਈ ਗਾਂ ਜਿਉਂਦੀ ਕੀਤੀ ਅਤੇ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਹੋਈ। ਅਤੇ ਫਿਰ ਉਹਦਾ ਦੁੱਧ ਚੋ ਕੇ ਬਾਦਸ਼ਾਹ ਦੇ ਕੋਲ ਲਿਆਂਦਾ ਗਿਆ ਅਤੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਭਗਤ ਨਾਮਦੇਵ ਜੀ ਦੇ ਚਰਨਾਂ 'ਤੇ ਢਹਿ ਪਿਆ ਵੀ ਮੈਥੋਂ ਗਲਤੀ ਹੋਈ, ਜੋ ਮੈਂ ਖੁਦਾ ਦੇ ਪਿਆਰੇ ਨੂੰ ਇੰਨਾ ਕਸ਼ਟ ਦਿੱਤਾ, ਦੁੱਖ ਦਿੱਤਾ। ਅਤੇ ਫਿਰ ਉਹਦਾ ਸੂਲ ਠੀਕ ਹੋਇਆ ਸੀ। ਨਾਮਦੇਵ ਕੀ ਕੀਰਤ ਰਹੀ ਸੰਸਾਰ, ਸਾਰੇ ਸੰਸਾਰ ਵਿੱਚ ਭਗਤ ਜੀ ਦੀ ਵਡਿਆਈ ਹੋਈ, ਸਾਰਿਆਂ ਨੇ ਜੈ ਜੈਕਾਰ ਕੀਤੀ। ਸੋ ਉਹ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ, ਗਾਏ ਮੁਈ ਜੀ ਵਾਲੇ ਹੋਣ, ਮਰੀ ਹੋਈ ਗਾਂ ਜਿਉਂਦੀ ਕੀਤੀ ਪਰਮੇਸ਼ਰ ਨੇ ਆਪਣੇ ਭਗਤ ਵਾਸਤੇ। ਨਾਮਦੇਵ ਦਾ ਛੱਪਰ ਛਾਇਆ, ਭਗਤ ਨਾਮਦੇਵ ਜੀ ਦਾ ਬਹੁਤ ਸੋਹਣਾ ਛੱਪਰ, ਇੱਕ ਛੰਨ ਬਾਹਲੀ ਕਾਰੀਗਰੀ ਦੇ ਨਾਲ ਬਣਾਈ, ਕਿਸੇ ਅਮੀਰ ਨੇ ਨਾ ਢਾਹ ਦਿੱਤੀ ਈਰਖਾ ਕਰਦਿਆਂ ਹੋਇਆਂ, ਅਤੇ ਰੱਬ ਨੇ ਰਾਤੋਂ ਰਾਤ ਆ ਕੇ ਬਣਾ ਦਿੱਤੀ। ਸਵੇਰੇ ਲੋਕ ਵੇਖਣ ਵੀ ਹੈ ਇਹ ਕੀ ਬਣਿਆ, ਐਡੀ ਸੋਹਣੀ ਛੰਨ ਇਹ ਕਿਹਨੇ ਬਣਾ ਦਿੱਤੀ, ਕਿਹੜਾ ਕਾਰੀਗਰ ਆਇਆ ਸੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇਹ ਸ਼ਬਦ ਹੈ, ਪਾੜ ਪੜੋਸਨ ਪੂਛ ਲੈ ਨਾਮਾ, ਕਾਬਹਿ ਸ਼ਾਨ ਸ਼ਵਾਈ ਹੋ, ਤੋਪਹਿ ਦੁਗਣੀ ਮਜੂਰੀ ਦਹਿ ਮੋਕੋ ਬੇਢੀ ਦੇਹੋ ਬਤਾਈ ਹੋ। ਗਵਾਂਢਣ ਪੁੱਛਦੀ ਹੈ ਭਗਤ ਨਾਮਦੇਵ, ਇਹ ਛੰਨ ਕਿਹਦੇ ਕੋਲੋਂ ਬਣਵਾਈ ਏਡੀ ਸੋਹਣੀ। ਉਹ ਕਾਰੀਗਰ ਦਾ ਕੋਈ ਅਤਾ ਪਤਾ ਦੱਸ ਦਿਓ, ਤੇਰੇ ਤੋਂ ਦੂਣੀ ਮਜੂਰੀ ਦੇਵਾਂਗੀ ਮੈਂ ਉਹਨੂੰ, ਅਤੇ ਮੈਂ ਵੀ ਇੱਦਾਂ ਦੀ ਸੋਹਣੀ ਛੰਨ ਬਣਵਾਉਣੀ ਹੈ। ਤੋਪਹਿ ਦੁਗਣੀ ਮਜੂਰੀ ਦਹਿ ਮੋਕੋ ਬੇਢੀ ਦੇਹੋ ਬਤਾਈ ਹੋ, ਰੀ ਬਾਈ ਬੇਢੀ ਦੇਨ ਨਾ ਜਾਈ, ਦੇਖ ਬੇਢੀ ਰਹਿਓ ਹਮਾਰ ਸਮਾਈ। ਉਹ ਤਾਂ ਸਾਰੀਆਂ ਥਾਵਾਂ 'ਤੇ ਸਮਾਇਆ, ਭਗਤ ਜੀ ਕਹਿੰਦੇ ਹਰ ਥਾਂ 'ਤੇ ਵਸਦਾ ਹੈ। ਹਮਾਰੇ ਬੇਢੀ ਪ੍ਰਾਨ ਆਧਾਰਾ, ਉਹ ਕਾਰੀਗਰ ਸਾਡੇ ਪ੍ਰਾਣਾਂ ਦਾ ਆਸਰਾ, ਉਹਦੀ ਕਿਰਪਾ ਨਾਲ ਹੀ ਸਾਹ ਲੈਂਦੇ ਹਾਂ। ਰਹਾਓ ਬੇਢੀ ਪ੍ਰੀਤ ਮਨਜੂਰੀ ਮੰਗੈ, ਜੋ ਕੋ ਸ਼ਾਨ ਸ਼ਵਾਵੈ ਹੋ, ਲੋਗ ਕੁਟੰਬ ਸਭੋਂ ਤੇ ਤੋਰੈ, ਤਉ ਆਪਨ ਬੇਢੀ ਆਵੈ ਹੋ। ਭਗਤ ਨਾਮਦੇਵ ਜੀ ਕਹਿੰਦੇ ਹੈ ਵੀ ਜੇ ਇਹੋ ਜਿਹੀ ਛੰਨ ਛਵਾਉਣੀ ਬਣਾਉਣੀ ਹੈ ਨਾ, ਉਹ ਪ੍ਰੀਤ ਦੀ ਮਜੂਰੀ ਮੰਗਦਾ ਹੈ। ਲੋਗ ਕੁਟੰਬ ਸਭੋਂ ਤੇ ਤੋਰੈ, ਲੋਕਾਂ ਦੇ ਨਾਲੋਂ, ਪਰਿਵਾਰ ਦੇ ਨਾਲੋਂ, ਸਾਰਿਆਂ ਦੇ ਨਾਲੋਂ ਮੋਹ ਤੋੜਨਾ ਪੈਂਦਾ ਹੈ। ਤਾਂ ਆਪਨ ਬੇਢੀ ਆਵੈ ਹੋ, ਅਤੇ ਫਿਰ ਉਹ ਆਪ ਰੱਬ ਬੇਢੀ ਕਾਰੀਗਰ ਆਉਂਦਾ ਹੈ। ਲੋਗ ਕੁਟੰਬ ਸਭੋਂ ਤੇ ਤੋਰੈ, ਤਉ ਆਪਨ ਬੇਢੀ ਆਵੈ ਹੋ। ਬੇਢੀ ਕੇ ਗੁਣ ਸੁਣ ਰਹੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਉਹਦੇ ਗੁਣ ਤਾਂ ਕਥਨ ਨਹੀਂ ਕੀਤੇ ਜਾ ਸਕਦੇ। ਸਮੁੰਦਰ ਦੇ ਉੱਤੇ ਪੁਲ ਬਣਾਉਣ ਵਾਸਤੇ ਵੀ ਉਹਨੇ ਸ਼ਕਤੀ ਦਿੱਤੀ, ਬਲ ਦਿੱਤਾ। ਕਈ ਰੂਪਾਂ ਦੇ ਵਿੱਚ ਪਰਮਾਤਮਾ ਆਪ ਵਰਤਦਾ ਰਿਹਾ, ਵਿੱਚ ਵਸ ਕੇ ਕਾਰਜ ਕਰਾਉਂਦਾ ਰਿਹਾ। ਸ਼੍ਰੀ ਰਾਮ ਚੰਦਰ ਦੇ ਵਿੱਚ ਵਸ ਕੇ ਸੀਤਾ ਨੂੰ ਵਾਪਸ ਲੈ ਆਂਦਾ, ਉੱਥੇ ਰਾਵਣ ਦਾ ਅੰਤ ਖਾਤਮਾ ਕੀਤਾ। ਉਹ ਬੜਾ ਬਲ ਵਾਲਾ ਹੈ, ਬੜੇ ਕਾਰਜ ਕਰਵਾਉਣ ਵਾਲਾ ਹੈ। ਸੋ ਭਗਤ ਨਾਮਦੇਵ ਜੀ ਦਾ ਛੱਪਰ ਛਾਇਆ ਪਰਮਾਤਮਾ ਨੇ। ਫੇਰ ਦੇਹੁਰਾ ਰੱਖਿਓਨ, ਚਾਰ ਵਰਨ ਲੈ ਪੈਰੀ ਪਾਇਆ। ਫੇਰ ਦੇਹੁਰਾ ਰੱਖਿਓਨ, ਫਿਰ ਦੇਹੁਰਾ ਸਾਰਾ ਮੰਦਰ ਹੀ ਭਗਤ ਜੀ ਵੱਲ ਫੇਰ ਦਿੱਤਾ ਸੀ। ਕਈਆਂ ਨੇ ਆਪ ਨੇ ਦਰਸ਼ਨ ਕੀਤੇ ਹੋਣਗੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਕੋਈ ਬਹੁਤਾ ਦੂਰ ਨਹੀਂ, ਸੰਗਤਾਂ ਜਾਂਦੀਆਂ ਦਰਸ਼ਨ ਕਰਦੀਆਂ ਨੇ। ਰੱਬ ਦੇ ਗੁਣ ਗਾਉਂਦੇ ਸੀ ਬੈਠੇ, ਅਤੇ ਹੰਕਾਰੀ ਪੰਡਤਾਂ ਨੇ ਅਸੀਂ ਉੱਚੀ ਜਾਤ ਵਾਲੇ ਹਾਂ, ਇਹ ਸ਼ੀਂਬਾ ਇਹ ਨੀਵੀਂ ਜਾਤ ਦਾ ਹੈ, ਚੱਲ ਇੱਥੋਂ ਮੰਦਰ 'ਚੋਂ ਚਲਿਆ ਜਾ। ਚੁੱਪ ਚਾਪ ਕਰਕੇ ਉੱਠ ਆਏ ਅਤੇ ਪਿਛਲੇ ਪਾਸੇ ਬਹਿ ਕੇ ਰੱਬ ਦੇ ਗੁਣ ਗਾਉਣ ਲੱਗ ਪਏ। ਮੋਹ ਕਉ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹੋ ਭ੍ਰਮ ਜੋ ਹੈ, ਮੁਝ ਉਪਰ ਸਭ ਕੋਪਲਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋਂ ਬਾਪ ਬੀਠਲਾ। ਐ ਰੱਬ, ਹੇ ਮੇਰੇ ਪ੍ਰਮਾਤਮਾ, ਮੇਰੇ ਬੀਠਲ, ਸ਼ੂਦਰ ਸ਼ੂਦਰ ਕਹਿ ਕੇ ਮੈਨੂੰ ਮਾਰ ਕੇ ਮੰਦਰ 'ਚੋਂ ਉਠਾ ਦਿੱਤਾ, ਦੱਸ ਮੈਂ ਕੀ ਕਰਾਂ।
ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੈ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਿਛਾਉਂਦੀ ਹੋਏਲਾ। ਰੱਬਾ ਜੇ ਮਰੇ ਨੂੰ ਮੁਕਤੀ ਦੇਣੀ ਉਸ ਮੁਕਤੀ ਨੂੰ ਕੌਣ ਜਾਣਦਾ। ਮੁਕਤ ਨਾ ਜਾਣੈ ਕੋਇਲਾ। ਮੈਨੂੰ ਜਿਉਂਦਿਆਂ ਮੁਕਤੀ ਚਾਹੀਦੀ ਹੈ। ਇਹਨਾਂ ਬਾਹਮਣਾਂ ਤੋਂ ਮੁਕਤੀ ਚਾਹੀਦੀ ਹੈ। ਇਹ ਮੈਨੂੰ ਸ਼ੂਦਰ ਕਹਿੰਦੇ ਹੈ, ਨੀਵੀਂ ਜਾਤ ਦਾ ਕਹਿੰਦੇ ਹੈ, ਕੁੱਟ ਕੇ ਮਾਰ ਕੇ ਮੰਦਰ 'ਚੋਂ ਉਠਾ ਦਿੱਤਾ। ਦੱਸੋ ਹੁਣ ਮੈਂ ਜਾਵਾਂ ਕਿੱਥੇ। ਇਹ ਤੇਰੀ ਪੈਜ ਤੇਰੀ ਇੱਜ਼ਤ ਘੱਟ ਹੁੰਦੀ ਹੈ ਰੱਬ ਜੀ। ਇਹ ਤੂੰ ਵੇਖ ਵੀ ਕਿਵੇਂ ਕਰਨਾ ਹੁਣ। ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਿਛਾਉਂਦੀ ਹੋਏਲਾ। ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਰੱਬ ਨੇ ਕਿਰਪਾ ਕੀਤੀ। ਜਿਵੇਂ ਜਿਵੇਂ ਭਗਤ ਜੀ ਗੁਣ ਗਾਈ ਗਏ ਉਹ ਮੰਦਰ ਘੁੰਮਦਾ ਗਿਆ। ਹਸਤ ਖਿਲਤ ਤੇਰੇ ਦੇਹੁਰੇ ਆਇਆ। ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਦ ਮਰਾਇਆ। ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚਲਿਓ ਪਲਟਾਏ। ਦੇਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ। ਭਗਤ ਜਨਾਂ ਕੋ ਦੇਹੁਰਾ ਫਿਰੈ। ਜਿਵੇਂ ਜਿਵੇਂ ਰੱਬ ਦੇ ਗੁਣ ਗਾਏ ਉਹ ਸਾਰਾ ਦੇਹੁਰਾ ਮੰਦਰ ਹੀ ਪਰਮਾਤਮਾ ਨੇ ਫੇਰ ਦਿੱਤਾ। ਸੋ ਇਸ ਤਰ੍ਹਾਂ ਭਗਤ ਦੀ ਪੈਜ ਰੱਖੀ। ਫੇਰ ਦੇਹੁਰਾ ਰੱਖਿਓਨ ਚਾਰ ਵਰਨ ਲੈ ਪੈਰੀ ਪਾਇਆ। ਅਤੇ ਜਿਹੜੇ ਚਾਰੇ ਵਰਨ ਸੀ ਉਹ ਭਗਤ ਜੀ ਦੇ ਚਰਨੀ ਪੈ ਗਏ। ਭਗਤ ਜੀ ਤੋਂ ਉਪਦੇਸ਼ ਲਿਆ। ਭਗਤ ਨਾਮਦੇਵ ਜੀ ਤੋਂ। ਭਗਤ ਜਨਾਂ ਦਾ ਕਰੇ ਕਰਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਇਸ ਤਰ੍ਹਾਂ ਪਰਮੇਸ਼ਰ ਭਗਤ ਜਨਾਂ ਦੇ ਕਹੇ ਸਾਰੇ ਉਹ ਕਾਰਜ ਕਰਦਾ ਹੈ। ਸੋ ਭਗਤ ਨਾਮਦੇਵ ਜੀ ਦੇ ਜੀਵਨ ਦੇ ਵਿੱਚ ਜਿਵੇਂ ਪਰਮਾਤਮਾ ਨੇ ਰਹਿਮਤ ਕੀਤੀ। ਠਾਕੁਰ ਜੀ ਨੂੰ ਦੁੱਧ ਪਿਆਉਣਾ, ਗਾਂ ਜਿਉਂਦੀ ਕਰਨੀ, ਫਿਰ ਛੱਪਰ ਛਾਉਣਾ, ਦੇਹੁਰਾ ਫੇਰਨਾ, ਇਹ ਬਹੁਤ ਸਾਰੀਆਂ ਉਹਨਾਂ ਦੇ ਜੀਵਨ ਦੀਆਂ ਐਸੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਹੈ। ਵਾਹਿਗੁਰੂ ਸਮਰੱਥ ਹੈ ਪਰਮਾਤਮਾ। ਉਹ ਸਾਰਾ ਕੁਝ ਆਪਣੇ ਪਿਆਰਿਆਂ ਵਾਸਤੇ ਕਰ ਸਕਦਾ ਹੈ। ਸੋ ਦ੍ਰਿੜ ਨਿਸ਼ਚਾ ਭਗਤ ਨਾਮਦੇਵ ਜੀ ਵਰਗਾ ਹੋਵੇ। ਸੋ ਇਹ ਭਗਤ ਨਾਮਦੇਵ ਜੀ ਦੀ ਸਾਖੀ ਉਹਨਾਂ ਦੇ ਜੀਵਨ ਦਾ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਫੇਰ ਦੇਹੁਰਾ ਰੱਖਿਓਨ ਚਾਰ ਵਰਨ ਲੈ ਪੈਰੀ ਪਾਇਆ। ਭਗਤ ਜਨਾਂ ਦਾ ਕਰੇ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।